ਓਮ ਸ਼ਾਂਤੀ, ਸਤਿ ਸ੍ਰੀ ਅਕਾਲ ਜੀ। ਮੈਂ ਫਿਰ ਆਪ ਜੀ ਦੇ ਨਾਲ ਅਮਰਜੀਤ ਕੌਰ ਦੁਆ ਇਸ ਇੱਕ ਓਂਕਾਰ, ਇੱਕ ਪਰਮਾਤਮਾ ਦੀ ਵਿਆਖਿਆ ਵਿੱਚ, ਪ੍ਰੋਗਰਾਮ ਵਿੱਚ ਆਪ ਜੀ ਸੰਗਤ ਮੇਰੇ ਅਤੇ ਔਰ ਅਸੀਂ ਰਲ ਕੇ ਜਪਜੀ ਸਾਹਿਬ ਦੇ ਵਿਆਖਿਆ ਕਰਦੇ ਪਏ ਹਾਂ। ਅਤੇ ਪਹਿਲਾ ਪੰਨਾ ਵਿੱਚ ਪੇਜਸ ਵਿੱਚ ਅਸੀਂ ਗੱਲ ਕੀਤੀ ਸੀ ਮੂਲ ਮੰਤਰ ਦੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਫਿਰ ਜਪ ਬਾਣੀ ਅਤੇ ਫਿਰ ਅਸੀਂ ਮੂਲ ਦੀ ਗੱਲ ਕੀਤੀ ਹੈ ਅਤੇ ਮੂਲ ਮੰਤਰ ਅਤੇ ਫਿਰ ਅਸੀਂ ਇੱਕ ਦੀ ਗੱਲ ਤੋਂ ਸ਼ੁਰੂ ਕੀਤੀ ਹੈ। ਹੁਣ 4th ਪੇਜ 'ਤੇ ਅਸੀਂ ਆ ਚੁੱਕੇ ਹਾਂ ਅਤੇ 4th ਪੇਜ ਵਿੱਚ ਅਸੀਂ ਓਂਕਾਰ ਨੂੰ ਸਮਝਾਂਗੇ। ਉਸ ਇੱਕ ਦੇ ਨਾਲ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਰਲ ਕੇ ਸਮਝਿਆ ਕਿ ਉਸ ਇੱਕ ਨੂੰ ਮਿਲਣ ਲਈ ਸਾਨੂੰ ਆਪਣੇ ਆਪ ਨੂੰ ਆਪਣੇ ਮਨ ਦੀ ਬੁੱਧੀ ਯੂਜ਼ ਕਰਨੀ ਪਏਗੀ, ਮਨ ਦੀ ਅੱਖ ਨੂੰ। ਅਤੇ ਜਿਵੇਂ ਅਸੀਂ ਆਪਣੇ ਆਪ ਨੂੰ ਮੈਂ ਆਤਮਾ ਜੋਤੀ ਬਿੰਦੂ ਅਤੇ ਪਰਮਾਤਮਾ ਜੋਤੀ ਬਿੰਦੂ ਪਰਮਧਾਮ ਵਿੱਚ ਵਸਦੇ ਨੇ ਅਤੇ ਅਸੀਂ ਮਿਲਦੇ ਹਾਂ ਉਹਨਾਂ ਨੂੰ ਅਤੇ ਫਿਰ ਅਸੀਂ ਸ਼ਕਤੀ ਲੈਂਦੇ ਹਾਂ। ਅਤੇ ਇਹ ਥੋੜ੍ਹਾ ਰੀਕੈਪ ਸੀ ਪਿਛਲੇ ਐਪੀਸੋਡ ਉਸ ਇੱਕ ਨੂੰ ਸਮਝਣ ਦਾ। ਇੱਕ ਓਂਕਾਰ, ਇੱਕ ਪਰਮ ਪਿਤਾ, ਇੱਕ ਪਰਮਾਤਮਾ। ਹੁਣ ਅਸੀਂ ਗੱਲ ਕਰਾਂਗੇ ਓਂਕਾਰ। ਓਂਕਾਰ 3 ਵਰਡਸ ਕੰਬਾਈਨਡ ਨੇ। ਗੁਰੂ ਸਾਹਿਬ ਨੇ ਬਹੁਤ ਪਿਆਰਾ ਤਰੀਕਾ ਦੇ ਨਾਲ ਇੱਕ ਓਂਕਾਰ ਨੂੰ ਸਿੰਬਲ ਵੀ ਬਣਾਇਆ, ਵਿਜ਼ਨ ਬਣਾਇਆ। ਜਿਵੇਂ ਅਸੀਂ ਦ ਪਾਵਰ ਆਫ ਸਿੰਬਲ ਐਂਡ ਵਿਜ਼ਨ, ਅਸੀਂ ਜਦੋਂ ਸਿੰਬਲ ਬਣਾਉਂਦੇ ਹਾਂ ਉਸ ਸਿੰਬਲ ਦੇ ਵਿੱਚ ਸਾਨੂੰ ਸਾਰੀ ਆਪਣੀ ਜੋ ਗਿਆਨ ਹੈ ਜਾਂ ਜਿਸ ਤਰ੍ਹਾਂ ਕਿ ਕੰਪਨੀ ਦਾ ਸਿੰਬਲ ਹੋਏ ਅਤੇ ਉਸ ਕੰਪਨੀ ਦਾ ਆਈਡੀਆ ਪਤਾ ਚੱਲਦਾ ਹੈ ਕਿ ਉਹ ਕੀ ਕਰਦੀ ਹੈ। ਅਤੇ ਇੱਕ ਓਂਕਾਰ ਇਜ਼ ਸਿੰਬਲ ਵੀ ਹੈ ਔਰ ਸਮਰੀ ਵੀ ਹੈ ਔਰ ਮੂਲ ਵੀ ਹੈ। ਅਤੇ ਹੁਣ ਉਹ ਓਂਕਾਰ ਨੂੰ ਅਸੀਂ ਸਮਝਾਂਗੇ। ਉਹ ਜਦੋਂ ਅਸੀਂ ਉਚਾਰਨੇ ਤਾਂ ਇੱਕਦਮ ਓਮ ਵਰਗਾ ਲੱਗਦਾ ਹੈ। ਓਮ ਅਸੀਂ ਬੋਲਦੇ ਹਾਂ ਇੱਕ ਓਂਕਾਰ। ਰਲ ਕੇ ਇੱਕ ਵਾਰੀ ਅਸੀਂ ਬੋਲਦੇ ਹਾਂ ਇੱਕ ਓਂਕਾਰ। ਤਾਂ ਓਮ ਮਤਲਬ ਆਤਮਾ ਜੋ ਇਸ ਦੁਨੀਆ ਵਿੱਚ ਖੇਡ ਰਹੀ ਹੈ ਅਤੇ ਅੰਗ ਮਤਲਬ ਉਹ ਖੇਡਣਾ, ਪਾਲਣਾ ਅਤੇ ਉਹ ਕਾਰ ਦਾ ਮਤਲਬ ਸਦਾ ਚਲਦੀ ਪਈ, ਸਦਾ ਲਈ ਚੱਲ ਰਹੀ ਹੈ। ਓਂਕਾਰ ਜਿਵੇਂ ਅਸੀਂ ਗੋਡ ਨੂੰ ਕਹਿੰਦੇ ਹਾਂ GOD, ਜਨਰੇਟਰ, ਆਪਰੇਟਰ, ਡਿਸਟਰੋਇਰ। ਜਨਰੇਟਰ ਮਤਲਬ ਅਸੀਂ ਆਏ ਹਾਂ ਖੇਡਣ ਅਤੇ ਪਾਲਣਾ ਹੋ ਰਹੀ ਸਾਡੀ ਇਸ ਖੇਡ ਦੇ ਵਿੱਚ। ਅਤੇ ਇਸ ਪਾਲਣਾ ਦੇ ਵਿੱਚ ਕੰਟੀਨਿਊਸ ਚੇਂਜ ਵੀ ਹੋ ਰਹੀ ਹੈ, ਜਿਵੇਂ ਕਿ ਪਰਿਵਰਤਨ ਹੋ ਰਹੀ ਹੈ। ਅਸੀਂ ਜਿਵੇਂ ਮੈਂ ਪੈਦਾ ਹੋਈ ਬੱਚੀ, ਛੋਟੀ ਸੀ ਬੱਚੀ, ਹੁਣ ਮੈਂ ਇੰਨੀ ਵੱਡੀ ਹੋ ਗਈ ਤਾਂ ਇਹ ਪਰਿਵਰਤਨ ਹੋ ਰਿਹਾ ਹੈ ਸਰੀਰਕ ਤੌਰ 'ਤੇ ਵੀ, ਬਾਹਰਲੀ ਤੌਰ 'ਤੇ ਵੀ, ਮਨ ਦੇ ਤੌਰ 'ਤੇ ਵੀ। ਹਰ ਇੱਕ ਚੀਜ਼ ਬਦਲਦੀ ਹੈ। ਲਾਅ ਆਫ ਐਂਟਰੋਪੀ ਅਸੀਂ ਬੋਲਦੇ ਮਤਲਬ ਗਿਰਦੀ ਹੈ। ਨਵੀਂ ਚੀਜ਼ ਪੁਰਾਣੀ ਬਣ ਜਾਂਦੀ ਹੈ, ਪੁਰਾਣੀ ਚੀਜ਼ ਨਵੀਂ ਨਹੀਂ ਬਣਦੀ, ਨਵੀਂ ਚੀਜ਼ ਪੁਰਾਣੀ ਬਣਦੀ ਹੈ। ਅਤੇ ਇਸ ਵਾਸਤੇ ਅਸੀਂ ਕਹਿੰਦੇ ਹਾਂ ਡਿਸਟਰਕਸ਼ਨ। ਕੋਈ ਬੁਰੀ ਗੱਲ ਨਹੀਂ ਹੈ। ਜਿਵੇਂ ਕਿ ਮੈਂ ਨਵਾਂ ਮਕਾਨ ਬਣਾਉਣਾ ਹੈ, ਨਵਾਂ ਮਕਾਨ ਜਿਵੇਂ ਬਣਾਉਣਾ ਹੈ ਉਸੇ ਜਗ੍ਹਾ 'ਤੇ ਫਿਰ ਮੈਨੂੰ ਪੁਰਾਣੇ ਮਕਾਨ ਨੂੰ ਗਿਰਾਉਣਾ ਪਏਗਾ, ਉਸਨੂੰ ਡਿਸਟਰੋਏ ਕਰਨੀ ਪਏਗੀ। ਤਾਂ ਡਿਸਟਰਕਸ਼ਨ ਫॉर ਐਸਟੈਬਲਿਸ਼ਮੈਂਟ ਮਤਲਬ ਪੁਰਾਣੀ ਨੂੰ ਖ਼ਤਮ ਕਰਨੀ ਤਾਂ ਕਿ ਨਵੀਂ ਆ ਜਾਏ, ਬੜੀ ਚੰਗੀ ਗੱਲ ਹੈ, ਵੱਡੀ ਗੱਲ ਹੈ। ਅਤੇ ਇਸ ਵਾਸਤੇ ਅਸੀਂ ਇੱਕ ਓਂਕਾਰ ਨੂੰ ਅਸੀਂ ਸਮਝਦੇ ਹਾਂ। ਓਂਕਾਰ ਨੂੰ ਫਿਰ ਅਸੀਂ ਉਸ ਦੀ ਕਿਰਿਆ ਨੂੰ ਸਮਝਦੇ ਹਾਂ, ਉਸ ਦੀ ਕਰਤਾ ਨੂੰ, ਉਸ ਕਰਤਾ ਪੁਰਖ ਦੀ ਕਰਤਾ ਨੂੰ। ਜਿਵੇਂ ਕਿ ਚੱਲ ਰਹੀ ਹੈ ਕਾਰ, ਸਦਾ ਲਈ ਚੱਲ ਰਹੀ ਹੈ। ਇਹ ਅਸੀਂ ਆਏ ਹਾਂ, ਖੇਡ ਰਹੇ, ਬਦਲ ਰਹੇ ਹਾਂ,
ਔਰ ਇਹ ਚੱਲ ਰਿਹਾ। ਮੈਂ ਬੱਚੀ ਪੈਦਾ ਹੋਈ ਹਾਂ, ਫਿਰ ਮੈਂ ਵੱਡੀ ਹੁੰਦੀ ਹਾਂ, ਫਿਰ ਮੈਂ ਸਰੀਰ ਨੂੰ ਛੱਡ ਦਿੰਦੀ ਹਾਂ, ਫਿਰ ਨया ਸਰੀਰ ਲੈਂਦੀ ਹਾਂ। ਤਾਂ ਇਸ ਤਰ੍ਹਾਂ ਉਹ ਅੰਕਾਰ ਚੱਲ ਰਹੀ ਹੈ। ਮਤਲਬ ਕਿ ਮੈਂ ਤੇ ਉਹ ਤੇ ਡਰਾਮਾ। ਉਹ ਵਿੱਚ ਅਸੀਂ ਥੋੜ੍ਹਾ ਆਪਣੇ ਆਪ ਨੂੰ ਅੱਜ ਹੋਰ ਗਹਿਰਾਈ ਵਿੱਚ ਸਮਝਾਂਗੇ। ਪਿਛਲੀ ਵਾਰੀ ਅਸੀਂ ਸਾਂਝ ਕੀਤੀ ਸੀ ਕਿ ਆਤਮਾ ਜੋਤੀ ਬਿੰਦੂ ਹੈ, ਔਰ ਆਤਮਾ ਦੀ ਥੋੜ੍ਹਾ ਟੱਚ ਕੀਤਾ ਸੀ ਐਮਨੀਸ਼ੀਆ ਦੇ ਉੱਤੇ। ਮੈਂ ਇਸ ਐਮਨੀਸ਼ੀਆ ਨੂੰ ਥੋੜ੍ਹਾ ਹੋਰ ਟੱਚ ਕਰਨਾ, ਕਿਉਂਕਿ ਅਸੀਂ ਅਕਾਲ ਪੁਰਖ ਨੂੰ ਭੁੱਲ ਚੁੱਕੇ ਹਾਂ। ਜਿਸ ਨੂੰ ਅਸੀਂ ਭੁੱਲ ਚੁੱਕੇ ਹਾਂ ਉਸ ਦੇ ਨਾਲ ਅਸੀਂ ਕਿਵੇਂ ਮਿਲਾਂਗੇ, ਕਿਉਂਕਿ ਸਾਨੂੰ ਯਾਦਦਾਸ਼ਤ ਵਾਪਸ ਤਾਂ ਨਹੀਂ ਆਈ। ਅਤੇ ਅਸੀਂ ਫਿਰ ਸੋਚਾਂਗੇ ਕਿ ਮੈਂ ਇੱਕ ਐਗਜ਼ਾਮਪਲ ਦਿੰਦੀ ਹਾਂ। ਐਗਜ਼ਾਮਪਲ 'ਤੇ ਫਿਰ ਅਸੀਂ ਇਸ ਗੱਲ ਨੂੰ ਸਮਝਾਂਗੇ ਕਿ ਕਿਵੇਂ ਐਮਨੀਸ਼ੀਆ ਵਿੱਚ ਵੀ ਅਸੀਂ ਯਾਦ ਕਰ ਸਕਦੇ ਹਾਂ। ਜਿਵੇਂ ਕਿ ਕੋਈ ਨੌਜਵਾਨ ਮੁੰਡਾ ਮੋਟਰਸਾਈਕਲ ਚਲਾ ਰਿਹਾ ਅਤੇ ਉਹਦਾ ਐਕਸੀਡੈਂਟ ਹੋ ਜਾਂਦਾ, ਉਹ ਹੌਸਪੀਟਲ 'ਤੇ ਪੈ ਜਾਂਦਾ, ਉਸਦੀ ਯਾਦਦਾਸ਼ਤ ਚਲੀ ਜਾਂਦੀ ਹੈ ਅਤੇ ਉਸਦੀ ਮਾਂ ਪਿਓ ਆਉਂਦੇ ਨੇ ਮਿਲਣ, ਪਰ ਉਸਨੂੰ ਕੋਈ ਨਹੀਂ ਪਤਾ ਚੱਲਦਾ ਕਿ ਕੌਣ ਹੈ। ਅਤੇ ਉਹ ਆਪਣੇ ਮਾਂ ਪਿਓ ਨੂੰ ਵੀ ਵੇਖ ਕੇ ਇੱਕਦਮ ਉਹਦਾ ਮਤਲਬ ਕਿ ਕੋਈ ਪਹਿਚਾਣ ਨਹੀਂ। ਮਾਂ ਪਿਓ ਤਾਂ ਪਹਿਚਾਣਦੇ ਨੇ, ਮਾਂ ਪਿਓ ਤਾਂ ਆਉਂਦੇ ਨੇ, ਦੱਸਦੇ ਨੇ ਕਿ ਅਸੀਂ ਤੇਰੇ ਮੰਮੀ ਡੈਡੀ ਹਾਂ, ਪਰ ਉਹ ਮੁੰਡਾ ਤਾਂ ਬਲੈਂਕ, ਕੋਈ ਪਿਆਰ ਦੀ ਨੂਰ ਅੱਖ ਵਿੱਚ ਨਹੀਂ, ਕੁਛ ਨਹੀਂ, ਕਿਉਂਕਿ ਉਹਨੇ ਪਹਿਚਾਣਿਆ ਹੀ ਨਹੀਂ, ਕਿਉਂਕਿ ਉਹਦਾ ਐਕਸੀਡੈਂਟ ਹੋਇਆ, ਸਿਰ 'ਤੇ ਪੱਟੀ ਵੱਜੀ ਹੈ। ਉਹ ਡਾਕਟਰ ਸਾਹਿਬ ਕਹਿੰਦੇ ਇਹਦੀ ਯਾਦਦਾਸ਼ਤ ਚਲੀ ਗਈ ਹੈ। ਹੁਣ ਉਹਦੀ ਯਾਦਦਾਸ਼ਤ ਤਾਂ ਵਾਪਸ ਨਹੀਂ ਆਏਗੀ, ਪਰ ਕੀ ਗੱਲ ਹੈ, ਉਹਦੇ ਮਾਂ ਪਿਓ ਰੋਜ਼ ਉਹਨੂੰ ਮਿਲਣ ਆਉਣਗੇ, ਫੋਟੋਜ਼ ਦਿਖਾਉਣਗੇ, ਕੁਛ ਕਹਾਣੀਆਂ ਸੁਣਾਉਣਗੇ, ਗੱਲਾਂ ਸੁਣਾਉਣਗੇ, ਫਿਰ ਉਹਨੂੰ ਹੌਲੀ ਹੌਲੀ ਯਕੀਨ ਹੋ ਜਾਏਗਾ ਕਿ ਇਹ ਉਹ ਮੇਰੇ ਮਾਂ ਪਿਓ ਨੇ। ਯਾਦ ਤਾਂ ਨਹੀਂ ਆਏਗੀ, ਲੇਕਿਨ ਯਕੀਨ ਹੋ ਜਾਂਦੀ ਹੈ। ਔਰ ਹੌਲੀ ਹੌਲੀ ਧੀਰੇ ਧੀਰੇ ਉਹਦੇ ਵਿੱਚ ਵੀ ਮਾਂ ਪਿਓ ਵਾਸਤੇ ਪਿਆਰ ਪੈਦਾ ਹੋ ਸਕਦੀ ਹੈ, ਕਿਉਂਕਿ ਮਾਂ ਪਿਓ ਇੰਨਾ ਪਿਆਰ ਦੇ ਨਾਲ ਖਵਾਉਣਗੇ, ਬਿੱਲ ਪੇ ਕਰਨਗੇ, ਘਰ ਲੈ ਜਾਣਗੇ, ਫਿਰ ਉਹ ਵੇਖੇਗਾ ਕਿ ਮੇਰੇ ਨਾਲ ਇੰਨਾ ਪਿਆਰ ਤਾਂ ਸਿਰਫ ਮੇਰੇ ਮਾਂ ਪਿਓ ਹੀ ਕਰ ਸਕਦੇ ਨੇ, ਸੱਚੀ ਮੇਰੇ ਮਾਂ ਪਿਓ ਹੀ ਨੇ। ਮਤਲਬ ਉਹ ਯਾਦਦਾਸ਼ਤ ਤਾਂ ਵਾਪਸ ਨਹੀਂ ਆਈ, ਪਰ ਫਿਰ ਵੀ ਉਹਨਾਂ ਨੇ ਇੱਕ ਜਿਵੇਂ ਕਿ ਨਵੀਂ ਪਿਆਰ ਸ਼ੁਰੂ ਕੀਤੀ। ਇਸੇ ਤਰ੍ਹਾਂ ਅਸੀਂ ਅਕਾਲ ਪੁਰਖ ਤੋਂ, ਪਾਰ ਬ੍ਰਹਮ ਪਰਮੇਸ਼ਵਰ ਪਰਮ ਧਾਮ ਤੋਂ ਅਸੀਂ ਆਇਆ ਖੇਡ ਖੇਡਣ। ਸਾਨੂੰ ਐਮਨੀਸ਼ੀਆ ਹੈ, ਅਸੀਂ ਉਸ ਯਾਦਦਾਸ਼ਤ ਨੂੰ ਚੇਤਾ ਨਹੀਂ ਆਏਗਾ, ਲੇਕਿਨ ਅਸੀਂ ਨਵੀਂ ਰਿਲੇਸ਼ਨਸ਼ਿਪ ਉਸ ਅਕਾਲ ਪੁਰਖ ਗਿਆਨ ਦੇ ਤੌਰ 'ਤੇ ਅਸੀਂ ਕਰ ਸਕਦੇ ਹਾਂ। ਅਸੀਂ ਦੁਬਾਰਾ ਅਕਾਲ ਪੁਰਖ ਨੂੰ ਪਿਆਰ ਕਰ ਸਕਦੇ ਹਾਂ, ਅਸੀਂ ਉਸ ਦੇ ਨਾਲ ਸੰਬੰਧ ਕਰ ਸਕਦੇ ਹਾਂ, ਅਸੀਂ ਉਸ ਦੇ ਨਾਲ ਰੋਜ਼ ਮਿਲਾਂਗੇ, ਮਨ ਦੇ ਵਿੱਚ ਉਸਨੂੰ ਯਾਦ ਕਰਾਂਗੇ, ਉਸ ਕੋਲੋਂ ਸ਼ਕਤੀਆਂ ਲਵਾਂਗੇ, ਅਤੇ ਅਸੀਂ ਯਕੀਨਨ ਮਹਿਸੂਸ ਕਰਾਂਗੇ ਕਿ ਸੱਚ ਵਿੱਚ ਉਹ ਮੇਰਾ ਪਿਤਾ ਹੈ। ਦੁਨੀਆ ਵਿੱਚ ਅਸੀਂ ਸਾਰੇ ਕਿੰਨੇ ਦੁਖੀ ਹਾਂ, ਸਾਰੇ ਚਾਹੁੰਦੇ ਨੇ ਕਿ ਮੈਨੂੰ ਕੋਈ ਪਿਆਰ ਕਰੇ, ਪਰ ਦੁਨੀਆ ਵਿੱਚ ਕੌਣ ਕਿਸੇ ਨੂੰ ਸੰਪੂਰਨ ਕਰ ਸਕਦਾ ਹੈ। ਮੈਂ ਕਿਸੇ ਨੂੰ ਪਿਆਰ ਕਰਨੀ ਹਾਂ ਅਤੇ ਫਿਰ ਮੈਂ ਕੀ ਸੋਚਦੀ ਕਿ ਉਹ ਵੀ ਮੈਨੂੰ ਪਿਆਰ ਕਰੇ। ਹੁਣ ਜੇ ਉਹ ਨਾ ਕੀਤਾ, ਫਿਰ ਮੈਂ ਦੁਖੀ, ਅਤੇ ਮੈਂ ਉਸਨੂੰ ਅਸੀਂ ਮਤਲਬੀ ਪਿਆਰ ਕਰਦੇ, ਉਸਨੂੰ ਇੰਨਾ ਪਿਆਰ ਕੀਤਾ, ਫਿਰ ਮੈਨੂੰ ਚਾਹੀਦਾ ਕੀ ਗੱਲ ਹੈ। ਦੁਨੀਆ ਪਿਆਰ ਲੱਭ ਰਹੀ ਹੈ ਸਾਰੇ, ਪਰ ਐਕਚੁਅਲੀ ਪਿਆਰ ਦੇਣ ਦੀ ਗੱਲ ਹੈ। ਦਿੰਦਾ ਦੇ ਲੈਂਦੇ ਥੱਕ ਪਾਏ, ਇਹ ਵੀ ਜਪਜੀ ਸਾਹਿਬ ਵਿੱਚ ਆਪਾਂ ਪੜ੍ਹਾਂਗੇ, ਸਮਝਾਂਗੇ, ਪਰ ਲੈਣ ਦੀ ਗੱਲ ਨਹੀਂ, ਦੇਣ ਦੀ ਗੱਲ ਹੈ। ਅਤੇ ਹੁਣ ਅਸੀਂ ਲੱਭਣੇ ਆ, ਕਿਉਂਕਿ ਸਾਡੇ ਅੰਦਰ ਨਹੀਂ ਹੈ। ਆਤਮਾ ਜਨਮ ਲੈਂਦਿਆਂ ਐਮਨੀਸ਼ੀਆ ਵਿੱਚ ਚਲੀ ਗਈ ਹੈ, ਉਹਦੇ ਅੰਦਰ ਪਿਆਰ ਕੋਈ ਨਹੀਂ ਹੈ, ਪਰ ਅਕਾਲ ਪੁਰਖ ਨੂੰ ਤਾਂ ਚੇਤਾ ਹੈ, ਉਸਨੂੰ ਤਾਂ ਸਾਰੀ ਗਿਆਨ ਹੈ। ਉਹ ਤਾਂ ਕਰਮ ਖੰਡ ਵਿੱਚ ਨਹੀਂ ਆਏ, ਉਸ ਕਰਮ ਖੰਡ ਵਿੱਚ ਨੇ, ਅਤੇ ਉਸ ਦੀ ਯਾਦਦਾਸ਼ਤ ਵੀ ਨਹੀਂ ਗਈ, ਅਤੇ ਉਹ ਤਾਂ ਸਾਨੂੰ ਸਾਰਿਆਂ ਨੂੰ, ਆਪਣੇ ਬੱਚਿਆਂ ਨੂੰ, ਇੱਕ ਇੱਕ ਆਤਮਾ ਨੂੰ ਯਾਦ ਕਰਦੇ ਨੇ। ਅਤੇ ਇਸ ਵਾਸਤੇ ਜਦੋਂ ਅਸੀਂ ਉਸਨੂੰ ਯਾਦ ਕਰਾਂਗੇ, ਉਸਨੂੰ ਮਿਲਾਂਗੇ, ਫਿਰ ਉਹ ਹੌਲੀ ਹੌਲੀ ਆਪਣੀ ਸ਼ਕਤੀਆਂ ਸਾਡੇ ਵਿੱਚ ਭੇਜਣਗੇ, ਸਾਨੂੰ ਦੇਣਗੇ,
ਜਦੋਂ ਅਸੀਂ ਮਨ ਦੇ ਵਿੱਚ ਬੁੱਧੀ ਰਾਹੀਂ, ਸੋਚ ਰਾਹੀਂ, ਫੀਲਿੰਗ ਰਾਹੀਂ ਅਕਾਲ ਪੁਰਖ ਨੂੰ ਮਿਲਨੇ ਹੈ, ਵੈਰਾਗ ਵਿੱਚ ਕਿ ਮੈਂ ਆਪ ਜੀ ਨੂੰ ਮਿਲਣਾ ਚਾਹੁੰਦੀ ਹਾਂ, ਮੈਨੂੰ ਮਹਿਸੂਸ ਕਰਾਓ ਕਿ ਤੁਸੀਂ ਮੈਨੂੰ ਪਿਆਰ ਦੇ ਰਹੇ ਹੋ, ਮੈਨੂੰ ਸ਼ਾਂਤੀ ਦੇ ਰਹੇ ਹੋ, ਸ਼ਕਤੀ ਦੇ ਰਹੇ ਹੋ ਅਤੇ ਖੁਸ਼ੀ ਦੇ ਰਹੇ ਹੋ, ਅਤੇ ਫਿਰ ਮੈਨੂੰ ਉਹ ਯਕੀਨਨ ਮਹਿਸੂਸ ਹੋਏਗਾ ਹੌਲੀ ਹੌਲੀ। ਅਤੇ ਅਸੀਂ ਐਮਨੀਸ਼ੀਆ ਤੋਂ ਨਿਕਲਾਂਗੇ ਨਹੀਂ, ਲੇਕਿਨ ਨਵਾਂ ਰਿਸ਼ਤਾ ਅਸੀਂ ਅਕਾਲ ਪੁਰਖ ਨਾਲ ਪਾਵਾਂਗੇ, ਪਿਆਰ ਦਾ ਰਿਸ਼ਤਾ, ਖੁਸ਼ੀ ਦਾ ਰਿਸ਼ਤਾ, ਸ਼ਾਂਤੀ ਦਾ ਰਿਸ਼ਤਾ। ਫਿਰ ਸਾਨੂੰ ਦੁਨੀਆ ਵਿੱਚ ਲੱਭਣ ਦੀ ਲੋੜ ਨਹੀਂ ਕਿ ਕੋਈ ਮੈਨੂੰ ਕੰਪਲੀਟ ਕਰੇ। ਅਸੀਂ ਸਾਰੇ ਲੱਭ ਰਹੇ ਹਾਂ ਕਿ ਕੋਈ ਮੈਨੂੰ ਕੰਪਲੀਟ ਕਰੇ, ਔਰ ਇਸ ਧੋਖੇ ਵਿੱਚ ਅਸੀਂ ਆਪਣੀ ਜ਼ਿੰਦਗੀ ਨੂੰ ਦੁਖੀ ਕਰ ਦਿੰਦੇ ਹਾਂ। ਲੱਭਣ ਦੀ ਲੋੜ ਨਹੀਂ, ਖੁਸ਼ੀ ਦੇਣ ਦੀ ਗੱਲ ਹੈ, ਲੈਣ ਦੀ ਨਹੀਂ। ਲੈਣਾ ਹੈ ਤਾਂ ਸਿਰਫ ਉਸ ਅਕਾਲ ਪੁਰਖ ਕੋਲ ਲੈਣਾ ਹੈ, ਕਿਉਂਕਿ ਉਹ ਬੇਹੱਦ ਹੈ, ਬੇਅੰਤ ਹੈ, ਉਸਦੀ ਮੁੱਕਦੀ ਨਹੀਂ ਹੈ। ਅਸੀਂ ਕਿਸੇ ਹੋਰ ਕੋਲ ਪਿਆਰ ਲਵਾਂਗੇ, ਖੁਸ਼ੀ ਲਵਾਂਗੇ, ਫਿਰ ਅਸੀਂ ਉਸ ਨੂੰ ਦੇਣਾ ਪਏਗਾ, ਉਹ ਖਾਤਾ ਬਣ ਜਾਂਦਾ ਅਤੇ ਫਿਰ ਅਸੀਂ ਉਸ ਖਾਤੇ ਦੇ ਵਿੱਚ ਅਸੀਂ ਘਾਟਾ ਪਾ ਜਾਂਦੇ ਹਾਂ, ਫਿਰ ਅਸੀਂ ਦੁਖੀ ਹੋ ਜਾਂਦੇ ਹਾਂ। ਪਰ ਅਕਾਲ ਪੁਰਖ ਦੇ ਨਾਲ ਕੋਈ ਇਸ ਤਰ੍ਹਾਂ ਕੋਈ ਗੱਲ ਹੀ ਨਹੀਂ। ਅਸੀਂ ਸਿਰਫ ਅਕਾਲ ਪੁਰਖ ਕੋਲ ਲੈਣਾ ਹੈ ਅਤੇ ਦੁਨੀਆ ਨੂੰ ਦੇਣਾ ਹੈ। ਅਤੇ ਫਿਰ ਇਸ ਤਰੀਕੇ ਨਾਲ ਅਸੀਂ ਅਕਾਲ ਪੁਰਖ ਨੂੰ ਸਮਝਾਂਗੇ ਕਿ ਤੂੰ ਮੇਰੇ ਕੋਲ ਹੈ ਅਤੇ ਤੂੰ ਹੀ ਮੇਰਾ ਅੰਗ ਸੰਗ ਹੈ, ਅਤੇ ਤੂੰ ਹੀ ਮੇਰਾ ਰਾਖਾ ਹੈ, ਤੂੰ ਹੀ ਸਭ ਕੁਛ ਹੈ। ਫਿਰ ਕੀ ਗੱਲ ਹੈ ਕਿ ਅਸੀਂ ਉਸ ਨੂੰ ਦੂਰ ਨਹੀਂ ਸਮਝਾਂਗੇ ਅਤੇ ਹੌਲੀ ਹੌਲੀ ਅਸੀਂ ਉਸ ਦੇ ਨਾਲ ਰਿਲੇਸ਼ਨਸ਼ਿਪ ਹੋਰ ਪੱਕਾ ਸਾਡਾ ਹੋ ਜਾਏਗਾ, ਅਤੇ ਫਿਰ ਅਸੀਂ ਉਸ ਕੋਲ ਆਪਣੀ ਆਤਮਾ ਦੀ ਸ਼ਕਤੀ ਅਸੀਂ ਭਰਾਂਗੇ, ਫਿਰ ਅਸੀਂ ਦੁਨੀਆ ਨੂੰ ਦੇ ਪਾਵਾਂਗੇ, ਫਿਰ ਅਸੀਂ ਪਿਆਰ ਦੇਵਾਂਗੇ। ਕਿਸੇ ਕੋਲ ਲੈਣਾ ਨਹੀਂ, ਪਿਆਰ ਅਸੀਂ ਦੇਵਾਂਗੇ, ਖੁਸ਼ੀ ਦੇਵਾਂਗੇ। ਫਿਰ ਲੋਕਾਂ ਕੋਲ ਮਤਲਬ ਕਿਸੇ सोलमेट या किसी को ਲੱਭਣਾ ਨਹੀਂ ਪਏਗਾ ਕਿ ਮੇਰਾ ਕੋਈ ਸੋਲਮੇਟ ਹੈ। ਅਸੀਂ ਸਾਰੇ ਸੋਲਸ, ਅਸੀਂ ਸਾਰੇ ਡਰਾਮਾ ਵਿੱਚ ਖੇਡਣ ਆਏ ਹਾਂ, ਅਤੇ ਅਸੀਂ ਸਾਰੇ ਸੋਲਸ ਡਰਾਮਾ ਵਿੱਚ ਖੇਡਣ ਆਏ ਹਾਂ, ਅਤੇ ਇੱਕ ਮਿੱਕਾ ਅਸੀਂ ਇੱਕ ਫੈਮਿਲੀ ਹਾਂ। ਅਲੱਗ ਅਲੱਗ ਡਰਾਮਾ ਵਿੱਚ, ਅਲੱਗ ਅਲੱਗ ਜਨਮ ਵਿੱਚ ਅਲੱਗ ਅਲੱਗ ਮਿਲਨੇ ਹਾਂ, ਪਰ ਹੈ ਤਾਂ ਅਸੀਂ ਸਾਰੇ ਭੈਣ ਭਰਾ, ਕਿਉਂਕਿ ਇੱਕੋ ਪਰਮਾਤਮਾ। तू मेरा पिता, तू मेरा माता, तू मेरा बंधव, तू मेरा भ्राता, तू ही सब कुछ सबनी थाई, ते ਉਹੀ ਉਹ ਸਾਰਾ ਕੁਛ ਹੈ। ਅਤੇ ਬਾਕੀ ਅਸੀਂ ਸਾਰੇ ਭੈਣ ਭਰਾ ਹੋਏ, ਅਤੇ ਇਸ ਵਾਸਤੇ ਅਸੀਂ ਆਪਣੇ ਆਪ ਨੂੰ ਜਦੋਂ ਓਮ ਸਮਝਾਂਗੇ, ਓਮ ਦਾ ਮਤਲਬ ਹੈ ਆਤਮਾ, ਅਤੇ ਜਦੋਂ ਅਸੀਂ ਆਪਣੇ ਆਪ ਨੂੰ ਓਮ ਸਮਝਾਂਗੇ ਅਤੇ ਸਮਝਾਂਗੇ ਕਿ ਇਹ ਕੋਈ ਅਸੀਂ ਬੁੱਢੇ ਹੋ ਰਹੇ ਹਾਂ, ਸਾਡਾ ਸਰੀਰ ਗਿਰ ਰਿਹਾ, ਥੱਕ ਰਿਹਾ ਹੈ, ਇਹ ਲਾਅ ਆਫ ਐਂਟਰੋਪੀ ਹੈ, ਇਹ ਤਾਂ ਹੋਣਾ ਹੀ ਹੈ। ਪਰ ਇਸ ਨੂੰ ਅਸੀਂ ਅਲੱਗ ਰਹੀਏ, ਮਨ ਦੀ ਅਵਸਥਾ, ਮਨ ਜੀਤ ਹੈ ਜਗ ਜੀਤ। ਅਸੀਂ ਆਪਣੇ ਮਨ ਰਾਹੀਂ ਇਸ ਪੰਜ ਤੱਤਵ ਸਰੀਰ ਨੂੰ ਵੀ ਜਿੱਤ ਸਕਦੇ ਹਾਂ। ਜਿਵੇਂ ਗੁਰੂ ਅਰਜਨ ਦੇਵ ਜੀ ਤੱਤੀ ਤਵਾ ਉੱਤੇ ਬੈਠੇ ਸਨ, ਪਰ ਉਹਨਾਂ ਨੂੰ ਦਰਦ ਤਾਂ ਨਹੀਂ ਹੋਇਆ, ਮਤਲਬ ਉਹਨਾਂ ਦੇ ਮਨ ਦੀ ਅਵਸਥਾ ਇੰਨੀ ਉੱਚੀ ਸੀ ਕਿ ਸਰੀਰਕ ਦਰਦ ਉਹਨਾਂ ਨੂੰ ਨਹੀਂ ਲੱਗੀ। ਇਸੇ ਤਰ੍ਹਾਂ ਅਸੀਂ ਵੀ ਇਸ ਸਰੀਰ ਤੋਂ ਉੱਤੇ ਆਪਣੇ ਮਨ ਵਿੱਚ ਰਹਿ ਸਕਦੇ, ਅਕਾਲ ਪੁਰਖ ਨੂੰ ਮਿਲਦੇ ਆ। ਸਿਰਫ ਗੁਰੂ ਅਰਜਨ ਦੇਵ ਜੀ ਨੇ ਕਈ ਸ਼ਹੀਦ ਵੀ, ਭਾਈ ਤਾਰੂ ਸਿੰਘ ਔਰ ਜੋ ਪੰਜ ਮਤਲਬ ਪਿਆਰੇ, ਜੋ ਵੀ ਅਸੀਂ ਸੁਣਦੇ ਹਾਂ, ਸ਼ਹੀਦਾਂ ਦੀ ਗੱਲ ਕਰਨੇ ਹਾਂ ਅਰਦਾਸ ਦੇ ਵਿੱਚ, ਇਹਨਾਂ ਸਾਰਿਆਂ ਨੇ ਖੁਸ਼ੀ ਖੁਸ਼ੀ ਤਤੀ ਤਵਾ ਉੱਤੇ ਬਹਿ ਕੇ ਤੇਰਾ ਪਾਣਾ ਮਿੱਠਾ ਲਾਗੇ ਬੋਲਿਆ। ਇਹਦਾ ਮਤਲਬ ਖੁਸ਼ੀ, ਮਿੱਠਾ। ਅਸੀਂ ਉਸ ਦੇ ਪਾਣੇ ਵਿੱਚ ਰਵਾਂਗੇ, ਉਸ ਦੇ ਪਾਣਾ ਨੂੰ ਕਿ ਆਪਣੇ ਆਪ ਨੂੰ ਆਤਮਾ ਸਰੀਰ ਤੋਂ ਅਲੱਗ ਸਮਝਾਂਗੇ, ਅਤੇ ਫਿਰ ਉਸ ਦੇ ਪਾਣਾ ਵਿੱਚ ਰਹਿਣਾ ਸੌਖਾ ਹੋ ਜਾਏਗਾ, ਕਿਉਂਕਿ ਸਾਨੂੰ ਪਤਾ ਹੈ ਕਿ ਇਹ ਸਰੀਰ ਟੈਂਪਰੇਰੀ ਹੈ ਔਰ ਖੇਡ ਰਹੇ। ਇਸ ਵਾਸਤੇ ਕੋਈ ਮੈਨੂੰ ਨੁਕਸਾਨ ਕਰੇ, ਕੋਈ ਮੈਨੂੰ ਕੁਛ ਕਵੇ, ਕੋਈ ਮੇਰੇ ਨਾਲ ਧੋਖਾ ਕਰੇ, ਕੋਈ ਗੱਲ ਨਹੀਂ। ਇਹਦਾ ਮਤਲਬ ਸਾਡਾ ਆਪਸੀ ਕੋਈ ਖਾਤਾ ਹੋਣਾ ਹੈ, ਕਿਉਂਕਿ ਕਰਮ ਦਾ ਜੋ ਰੋਲ ਹੈ ਬਹੁਤ ਐਕਿਊਰੇਟ ਹੈ। ਕਰਮ ਗਲਤ ਨਹੀਂ ਹੋ ਸਕਦਾ। ਇਹਦਾ ਮਤਲਬ ਅਗਰ ਉਹ ਮੇਰੇ ਨਾਲ ਭੈੜਾ ਸਲੂਕ ਕਰ ਰਿਹਾ ਹੈ, ਇਹਦਾ ਮਤਲਬ ਮੈਂ ਕਦੀ ਉਸ ਦੇ ਨਾਲ ਕੋਈ
ਸਾਡਾ ਕੋਈ ਖਾਤਾ ਹੈ ਪਿਛਲੇ ਜਨਮ ਦਾ ਜਾਂ ਅਗਲੇ ਜਨਮ ਵਿੱਚ ਕਲੀਅਰ ਹੋ ਜਾਏਗਾ। ਇਸ ਵਾਸਤੇ ਸਾਨੂੰ ਇਸ ਦੀ ਫਿਕਰ ਕਰਨ ਦੀ ਲੋੜ ਨਹੀਂ। चिंता ताकि कीजिए जो अनहोनी होए। अनहोनी कोई चीज़ ही नहीं है, सब कुछ होनी है। तो इस वास्ते सानू फिक्र ਦੀ ਲੋੜ ਨਹੀਂ। ਤੇ ਅਸੀਂ ਜਦੋਂ ਅਕਾਲ ਪੁਰਖ ਨੂੰ ਮਿਲਾਂਗੇ, ਆਪਣੇ ਆਪ ਨੂੰ ਆਤਮਾ ਸਮਝਾਂਗੇ, ਉਸ ਇੱਕ ਓਂਕਾਰ ਨੂੰ ਸਮਝਾਂਗੇ, ਫਿਰ ਅਸੀਂ ਰੋਜ਼ ਮਿਲਾਂਗੇ, ਸ਼ਕਤੀ ਲਵਾਂਗੇ। ਫਿਰ ਅਸੀਂ ਐਮਨੀਸ਼ੀਆ ਤੇ ਵਾਪਸ ਨਹੀਂ ਆਏਗਾ, ਪਰ ਅਸੀਂ ਆਪਣੇ ਆਪ ਨੂੰ ਜਿੱਤ ਪਾਵਾਂਗੇ। ਨया ਰਿਲੇਸ਼ਨਸ਼ਿਪ ਰੱਬ ਦੇ ਨਾਲ ਬਣਾਵਾਂਗੇ, ਪਿਆਰ ਦਾ ਬੁਨਿਆਦ। ਪਿਆਰ ਦੇ ਵਿੱਚ ਅਸੀਂ ਅਕਾਲ ਪੁਰਖ ਨੂੰ ਮਿਲ ਕੇ ਇੱਕਮਿਕ ਹੋ ਕੇ ਯਾਦ ਕਰਾਂਗੇ, ਸਿਮਰਨ ਕਰਾਂਗੇ, ਅਤੇ ਫਿਰ ਅਸੀਂ ਉਸ ਇੱਕ ਓਂਕਾਰ ਦੇ ਭਾਣਾ ਵਿੱਚ ਰਵਾਂਗੇ ਕਿ ਅੰਗ ਜਿਹੜਾ ਹੈ, ਡਿਸਟਰਕਸ਼ਨ ਜਿਹੜਾ ਹੈ, ਉਹ ਭੈੜਾ ਨਹੀਂ ਹੈ। ਮਤਲਬ ਉਹ ਨਵੀਂ ਚੀਜ਼ ਵਾਸਤੇ, ਜੇ ਸਰੀਰ ਮਿਟ ਜਾਏਗੀ ਇੱਕ ਦਿਨ ਤੇ ਕੋਈ ਗੱਲ ਨਹੀਂ, ਕਿਉਂਕਿ ਆਤਮਾ ਸਤਨਾਮ ਹੈ, ਸੱਚ ਹੈ। ਸਤਨਾਮ ਦੀ ਅਸੀਂ ਗੱਲ ਛੇੜਨੇ ਆ ਥੋੜ੍ਹਾ ਕੁ ਕਿ ਸਤਨਾਮ। ਅਗਲੇ ਵਾਰੀ ਇਹ ਗੱਲ ਨੂੰ ਪਕੜ ਕੇ ਅਸੀਂ ਹੋਰ ਸਾਂਝ ਕਰਾਂਗੇ ਅਤੇ ਉਸ ਇੱਕ ਦੀ ਗੱਲ, ਇੱਕ ਪਰਮਾਤਮਾ, ਇੱਕ ਓਂਕਾਰ ਦੇ ਪ੍ਰੋਗਰਾਮ ਵਿੱਚ ਫਿਰ ਅਸੀਂ ਆਪ ਜੀ ਦੇ ਨਾਲ ਮਿਲ ਕੇ ਸੰਗਤੀ ਰੂਪ ਵਿੱਚ ਵਿਆਖਿਆ ਅਤੇ ਸਿਮਰਨ ਕਰਾਂਗੇ। ਥੈਂਕ ਯੂ ਵੈਰੀ ਮਚ। ਓਮ ਸ਼ਾਂਤੀ। ਸਤਿ ਸ਼੍ਰੀ ਅਕਾਲ।